हाँ जी, सत श्री अकाल दोस्तों। सब तो पहला स्वागत करते हैं ਤੁਹਾਡਾ ਸਾਡੇ ਇਸ YouTube ਚੈਨਲ ਤੇ। ਔਰ ਮਾਫੀ ਚਾਹਾਂਗੇ ਕਿ ਕਲਾਸ ਆਪਾਂ ਜਿਹੜੀ ਕਿ ਸਿਹਤ ਠੀਕ ਨਾ ਹੋਣ ਕਰਕੇ ਕੰਟੀਨਿਊ ਨਹੀਂ ਰੱਖ ਸਕੇ। ਹੁਣ ਆਪਾਂ ਦੁਬਾਰਾ ਤੋਂ ਫਿਰ ਜਿਹੜੀ ਕਲਾਸ ਹੈਗੀ ਆਪਾਂ ਕੰਟੀਨਿਊ ਕਰ ਰਹੇ ਹਾਂ। ਔਰ ਅੱਜ ਦੀ ਜਿਹੜੀ ਕਲਾਸ ਸੀਗੀ ਇਹਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਕਰਾਂਗੇ, ਜੋ ਕਿ PS ਟੈਟ D++B ਮਾਸਟਰ ਕੇਡਰ, ਇਸ ਤੋਂ ਇਲਾਵਾ ਜਿੰਨੇ ਵੀ ਜਿਹੜੇ ਪੰਜਾਬ ਗੌਰਮੈਂਟ ਦੇ ਪੇਪਰ ਹੁੰਦੇ ਆ ਤਾਂ ਸਾਰਿਆਂ ਦੇ ਵਿੱਚ ਹੀ ਜਿਹੜੀ ਪੰਜਾਬੀ ਹੈਗੀ ਸਾਨੂੰ ਪੁੱਛੀ ਜਾਂਦੀ ਆ, ਚਾਹੇ ਉਹ ਪੇਪਰ ਏ ਨੂੰ ਲੈ ਕੇ ਹੋਵੇ, ਚਾਹੇ ਕੋਈ ਸਬਜੈਕਟ ਵਾਈਜ਼ ਪੇਪਰ ਹੋਵੇ, ਤਾਂ ਸਾਰਿਆਂ ਦੇ ਵਿੱਚ ਪੰਜਾਬੀ ਵਿਆਕਰਨ ਆ ਜਿਹੜੀ ਅਕਸਰ ਹੀ ਇਹਦੇ ਵਿੱਚੋਂ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਆ। ਤਾਂ ਆਪਾਂ ਇਸ ਕਲਾਸ ਦੇ ਰਾਹੀਂ ਆਪਾਂ ਹਰ ਇੱਕ ਕਨਸੈਪਟ ਆ ਜਿਹੜਾ ਉਸ ਨੂੰ ਬਹੁਤ ਹੀ ਆਸਾਨ ਢੰਗ ਦੇ ਨਾਲ ਜਿਹੜਾ ਕਵਰ ਕਰਾਂਗੇ। ਤਾਂ ਆਪਾਂ ਸ਼ੁਰੂ ਕਰਨ ਲੱਗੇ ਅੱਜ ਦੀ ਜਿਹੜੀ ਪੰਜਾਬੀ ਦੀ ਪਹਿਲੀ ਕਲਾਸ ਸੀਗੀ ਆ। ਬਿਲਕੁਲ ਆਪਾਂ ਬੇਸਿਕ ਤੋਂ ਚੱਲਾਂਗੇ, 0 ਲੈਵਲ ਤੋਂ ਚੱਲਾਂਗੇ ਅਤੇ ਆਪਾਂ ਹਾਈ ਲੈਵਲ ਤੱਕ ਜਿਹੜਾ ਇਹਦੇ ਵਿੱਚੋਂ ਵਿਆਕਰਨ ਕਰਦੇ ਜਾਵਾਂਗੇ। ਕਰਦੇ ਹਾਂ ਆਪਾਂ ਕਲਾਸ ਸ਼ੁਰੂ। ਦੇਖੋ ਵੀ ਆਪਣੀ ਇੱਕ ਪੰਜਾਬੀ ਵਿਆਕਰਨ ਦੀ ਇੱਕ ਸਪੈਸ਼ਲ ਜਿਹੜੀ ਬੁੱਕ ਵੀ ਤਿਆਰ ਕੀਤੀ ਹੋਈ ਹੈ, ਠੀਕ ਹੈ, ਜੋ ਕਿ ਹਰ ਇੱਕ ਪੇਪਰ ਦੇ ਅਕੋਰਡਿੰਗ ਇਹਦੇ ਵਿੱਚ ਜਿਹੜੇ ਪ੍ਰਸ਼ਨ ਹੈਗੇ ਉਹ ਦਿੱਤੇ ਹੋਏ ਆ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰਸ਼ਨ ਹੈਗੇ ਸਾਨੂੰ ਉਲਝਾ ਕੇ ਪੁੱਛੇ ਜਾਂਦੇ ਆ, ਜਿਨ੍ਹਾਂ ਦਾ ਜਿਹੜਾ ਆਨਸਰ ਹੈਗਾ ਅਕਸਰ ਹੀ ਜਿਹੜੇ ਸਟੂਡੈਂਟ ਹੈਗੇ ਉਹ ਗਲਤ ਕਰ ਆਉਂਦੇ ਗਿਆ। ਇਹ ਬੁੱਕ ਹੈਗੀ ਆਪਣੀ ਪੰਜਾਬੀ ਵਿਦ SS ਵਿਰਕ, ਜਿਸ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜਾ ਕਿ ਤੁਹਾਨੂੰ ਕਵਰ ਹੈ ਜਿਹੜਾ ਇਹਦੇ ਵਿੱਚੋਂ ਕਰਵਾਇਆ ਜਾਵੇਗਾ। ਇਹ ਕੰਟੈਕਟ ਇਹਦੇ ਵਿੱਚ ਦਿੱਤਾ ਹੋਇਆ ਹੈਗਾ, ਸਾਡਾ ਜਿਹੜਾ ਟੈਲੀਗ੍ਰਾਮ ਲਿੰਕ ਵੀ ਇਹਦੇ ਵਿੱਚ ਦਿੱਤਾ ਹੋਇਆ ਪੰਜਾਬੀ ਵਿਦ SS ਵਿਰਕ, ਇਸ 'ਤੇ ਵੀ ਤੁਸੀਂ ਜਿਹੜਾ ਜੁਆਇਨ ਕਰ ਸਕਦੇ ਹੋ। ਔਰ ਇਹ ਦੋਨੋਂ ਹੀ ਨੰਬਰ ਜਿਹੜੇ ਹੈਗੇ ਤੁਸੀਂ ਇਹਨਾਂ ਦੇ ਰਾਹੀਂ ਕੰਟੈਕਟ ਵੀ ਕਰ ਸਕਦੇ ਹੋ। ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਭਾਵ-ਅੰਸ਼, ਕਿਉਂਕਿ ਸਾਨੂੰ ਇਹ ਛੋਟੇ ਛੋਟੇ ਜਿਹੜੇ ਅਕਸਰ ਹੀ ਇਹ ਮਾਸਟਰ ਕੇਡਰ ਹੋ ਗਿਆ ਚਾਹੇ ਲੈਕਚਰਰ ਪੇਪਰ ਹੋ ਗਿਆ, ਇਹਨਾਂ ਦੇ ਵਿੱਚ ਜ਼ਰੂਰ ਇਹਨਾਂ ਦਾ ਜਿਹੜਾ ਜ਼ਿਕਰ ਹੈਗਾ ਉਹ ਕੀਤਾ ਜਾਂਦਾ ਹੈਗਾ। ਭਾਵ-ਅੰਸ਼ ਕੀ ਹੁੰਦਾ ਵੀ, ਸਭ ਤੋਂ ਪਹਿਲਾਂ ਤਾਂ ਇਹ ਸਮਝਾਂਗੇ ਆਪਾਂ, ਇਸ ਤੋਂ ਅੱਗੇ ਹੀ ਫਿਰ ਆਪਾਂ ਜਿਹੜੀ ਵਿਆਕਰਨ ਆਪਣੀ ਸ਼ੁਰੂ ਕਰਾਂਗੇ। ਥੋੜ੍ਹਾ ਜਿਹਾ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਭਾਵ ਦੇਖੋ ਇਹ ਹੁੰਦਾ ਭਾਵ ਪਲੱਸ ਅੰਸ਼, ਭਾਵ ਪਲੱਸ ਅੰਸ਼। ਜੇਕਰ ਆਪਾਂ ਦੇਖੀਏ ਭਾਸ਼ਾ ਦੀ ਛੋਟੀ ਤੋਂ ਛੋਟੀ ਇਹ ਜਿਹੜੀ ਵਿਆਕਰਨਕ ਇਕਾਈ ਹੈ ਉਸ ਨੂੰ ਭਾਵ-ਅੰਸ਼ ਕਿਹਾ ਜਾਂਦਾ ਹੈ, ਠੀਕ ਹੈ। ਜਿਵੇਂ ਚਰਖਾ, ਸੋਟਾ, ਲੜਕਾ, ਨਾਨਾ, ਠੀਕ ਹੈ। ਇਹਨਾਂ ਦੇ ਵਿੱਚ ਹੁਣ ਦੇਖੋ ਸ਼ਬਦਾਂ ਦਾ ਅੰਤਿਮ ਅੰਸ਼ ਕੰਨਾ ਲੱਗਿਆ ਹੋਇਆ, ਚਰਖਾ, ਠੀਕ ਹੈ, ਸੋਟਾ, ਇਹ ਪਿੱਛੇ ਕੀ ਹੈ ਸਾਡੇ ਕੋਲ ਜਿਹੜੇ ਅੰਸ਼ ਇਹਨਾਂ ਦੇ ਭਾਵ ਅੰਸ਼ ਇਹਨਾਂ ਦੇ ਨਾਲ ਇਹ ਜੁੜਿਆ ਹੋਇਆ, ਇਸ ਨੂੰ ਭਾਵ ਅੰਸ਼ ਕਹਿ ਦਿੰਦੇ ਆ, ਠੀਕ ਹੈ। ਜਿਵੇਂ ਇੱਕ ਵਚਨ ਪੁਲਿੰਗ ਦਾ ਜਿਹੜਾ ਸੂਚਕ ਚਿੰਨ੍ਹ ਹੈਗਾ ਇਹ ਸਾਰਥਕ ਅੰਸ਼ ਹੈਗਾ, ਅਤੇ ਇਸ ਤਰ੍ਹਾਂ ਭਾਵ ਅੰਸ਼ ਦੀ ਜਿਹੜੀ ਸਭ ਤੋਂ ਛੋਟੀ ਜਿਹੜੀ ਇਹ ਸਾਰਥਕ ਇਕਾਈ ਹੈਗੀ ਆ। ਭਾਸ਼ਾ ਦੀ ਜਿਹੜੀ ਸਭ ਤੋਂ ਛੋਟੀ ਜਿਹੜੀ ਸਾਰਥਕ ਇਕਾਈ ਹੈਗੀ ਹੈ ਤਾਂ ਉਹ ਭਾਵ ਅੰਸ਼ ਹੈਗਾ ਵੀ। ਵਾਕ ਅੰਸ਼ ਨੰਬਰ 2 ਹੈਗਾ, ਵਾਕ ਅੰਸ਼, ਇਹ ਹੈਗਾ ਵਾਕ ਪਲੱਸ ਅੰਸ਼। ਦੇਖੋ ਜਦੋਂ ਵੀ ਅਸੀਂ ਕੋਈ ਵਾਕ ਦੀ ਰਚਨਾ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਸ਼ਬਦ ਸਾਨੂੰ ਦਿੱਤੇ ਹੁੰਦੇ, ਸ਼ਬਦਾਂ ਤੋਂ ਮਿਲ ਕੇ ਵਾਕ ਬਣਦਾ ਨਾ, ਤਾਂ ਜਿਹੜੇ ਛੋਟੇ ਛੋਟੇ ਟੁਕੜਿਆਂ ਦੀ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਸਾਰੇ ਕੀ ਆ ਜਾਂਦੇ ਆ, ਵਾਕ ਅੰਸ਼ ਹੁੰਦੇ ਉਹ, ਠੀਕ ਹੈ। ਹੁਣ ਦੇਖੋ ਜਿਵੇਂ ਇਹਦੇ ਵਿੱਚ ਬਾਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ, ਹੁਣ ਇਹਦੇ ਵਿੱਚੋਂ ਦੇਖੋ ਅਸੀਂ ਟੋਟੇ ਕਰ ਲਏ, ਇਹਦੇ ਵਿੱਚੋਂ ਬਾਰੂ ਦੀ ਮਾਂ ਨੇ ਇਹਦੇ 'ਚ ਸੰਬੰਧਕ ਆ ਗਿਆ, ਸਾਰੀ ਕਹਾਣੀ ਨਾਮ ਵਾਕੰਸ਼, ਅਤੇ ਸੁਣਾਈ ਇਹਦੇ 'ਚ ਕਿਰਿਆ ਵਾਕੰਸ਼ ਆ ਗਿਆ। ਉਦੇਸ਼ ਅਤੇ ਵਿਧੇ ਰਹਿਤ ਉਹ ਸ਼ਬਦ ਸਮੂਹ ਵਾਕੰਸ਼ ਹੈ ਜੋ ਵਿਆਕਰਨਕ ਪੱਧਰ 'ਤੇ ਸ਼ਬਦ ਵਾਂਗ ਕਾਰਜ ਕਰਦੇ ਹਨ। ਅੰਗਰੇਜ਼ੀ ਦੇ ਵਿੱਚ ਵਾਕੰਸ਼ ਲਈ ਫਰੇਜ਼ ਸ਼ਬਦ ਦੀ ਜਿਹੜੀ ਵਰਤੋਂ ਹੈਗੀ ਉਹ ਕੀਤੀ ਜਾਂਦੀ ਹੈ। ਵਾਕੰਸ਼ ਜਿਹੜਾ ਇੱਕ ਕਾਰਜ ਇਕਾਈ ਆ, ਠੀਕ ਹੈ। ਇਹ ਇੰਪੋਰਟੈਂਟ ਹੈਗਾ ਵੀ ਇਹਨਾਂ ਦੇ ਵਿੱਚੋਂ ਸਾਨੂੰ ਪੁੱਛ ਸਕਦੇ ਵੀ ਕਿਹੜਾ ਇਹਨਾਂ ਦੇ ਵਿੱਚੋਂ ਕਾਰਜ ਇਕਾਈ ਕਿਹੜੀ ਹੈ, ਤਾਂ ਉਹ ਹੈਗੀ ਵਾਕੰਸ਼। ਉਪਵਾਕ ਦਾ ਰਚਨਾਤਮਕ ਅੰਗ ਵੀ ਇਸ ਨੂੰ ਮੰਨਿਆ ਜਾਂਦਾ ਗਾ। ਸਧਾਰਨ ਵਾਕਾਂ ਦੀ ਜਿਹੜੀ ਰਚਨਾ ਉਹ ਵਾਕੰਸ਼ਾਂ ਰਾਹੀਂ ਹੀ ਹੁੰਦੀ ਹੈਗੀ ਹੈ। ਕਾਰਜ ਇਕਾਈ ਜ਼ਰੂਰ ਅਸੀਂ ਯਾਦ ਰੱਖਣਾ ਗਾ, ਇਹ ਆਪਾਂ ਦੇਖ ਹੀ ਲਿਆ ਇਹਦੇ ਵਿੱਚੋਂ। ਨੈਕਸਟ ਆਪਾਂ ਜੇਕਰ ਗੱਲ ਕਰੀਏ ਸ਼ਬਦ, ਦੇਖੋ ਸ਼ਬਦ ਹੁੰਦੇ ਜਿਹੜੇ
ਕੋਸ਼ ਦੀ ਪੱਧਰ 'ਤੇ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਗਾ। ਭਾਸ਼ਾ ਦੀ ਸਭ ਤੋਂ ਛੋਟੀ ਇਹ ਸੁਤੰਤਰ ਇਕਾਈ ਹੈ ਜਿਹੜਾ ਹੈ ਮੰਨਿਆ ਜਾਂਦਾ, ਸੁਤੰਤਰ ਵਿਆਕਰਨਕ ਇਕਾਈ। ਦੇਖੋ ਸੁਤੰਤਰ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਕੋਲ ਵਰਨ ਜਾਂ ਜਿਨ੍ਹਾਂ ਨੂੰ ਅਸੀਂ ਅੱਖਰ ਵੀ ਕਹਿ ਦਿੰਦੇ ਹਾਂ, ਠੀਕ ਆ, ਵਰਨ ਜਾਂ ਅੱਖਰ। ਹੁਣ ਇਹਦੇ ਵਿੱਚ ਕੀ ਹੁੰਦਾ, ਜਦੋਂ ਅਸੀਂ ਕੋਈ ਵੀ ਅਸੀਂ ਅੱਖਰਾਂ ਨੂੰ ਅਸੀਂ ਮੇਲਾਂਗੇ ਉਦੋਂ ਉਸਦਾ ਕੋਈ ਨਾ ਕੋਈ ਜਿਹੜਾ ਅਰਥ ਨਿਕਲਦਾ, ਸ਼ਬਦ ਬਣ ਜਾਂਦਾ ਉਦੋਂ, ਅਤੇ ਉਹ ਸ਼ਬਦ ਹੀ ਫਿਰ ਸੁਤੰਤਰ ਤੌਰ 'ਤੇ ਵਿਚਰਨ ਦੀ ਜਿਹੜੀ ਸਮਰੱਥਾ ਰੱਖਦਾ ਹੈ। ਇਸ ਕਰਕੇ ਜੇਕਰ ਤੁਹਾਨੂੰ ਪ੍ਰਸ਼ਨ ਪੁੱਛਿਆ ਜਾਵੇ ਕਿ ਭਾਸ਼ਾ ਦੀ ਸਭ ਤੋਂ ਛੋਟੀ ਜਿਹੜੀ ਵਿਆਕਰਨਕ ਇਕਾਈ ਕਿਹੜੀ ਆ, ਸਭ ਤੋਂ ਛੋਟੀ ਸੁਤੰਤਰ, ਕਈ ਜਗ੍ਹਾ 'ਤੇ ਲਿਖਿਆ ਹੋਊਗਾ ਸਾਰਥਕ, ਸੁਤੰਤਰ ਅਤੇ ਸਾਰਥਕ ਇਕਾਈ ਜਿਹੜੀ ਹੈਗੀ ਉਹ ਕਿਹੜੀ ਆ, ਤਾਂ ਉਹ ਆਊਗਾ ਸ਼ਬਦ ਆ ਜੂਗਾ। ਠੀਕ ਹੈ, ਜੇਕਰ ਪੁੱਛ ਲਿਆ ਜਾਂਦਾ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਆ, ਤਾਂ ਫਿਰ ਉਹ ਧੁਨੀ ਆ ਗਈ। ਭਾਸ਼ਾ ਦੀ ਸਭ ਤੋਂ ਛੋਟੀ ਜਿਹੜੀ ਇਕਾਈ ਆ ਉਹ ਹੈਗੀ ਧੁਨੀ, ਜੋ ਕਿ ਅਰਥ ਰਹਿਤ ਇਕਾਈ ਹੈ। ਇਸ ਦੀ ਆਪਾਂ ਅੱਗੇ ਜਾ ਕੇ ਚਰਚਾ ਵੀ ਕਰਾਂਗੇ ਅੱਗੇ ਜਾ ਕੇ। ਹੁਣ ਆਪਾਂ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਆਪਾਂ ਵਿਆਕਰਨ ਤੋਂ ਸ਼ੁਰੂ ਕਰਨ ਲੱਗੇ ਹਾਂ। ਵਿਆਕਰਨ ਹੁੰਦੀ ਕੀ ਹੈ ਬਈ? ਦੇਖੋ ਜਿਹੜੀ ਵਿਆਕਰਨ ਹੈਗਾ, ਬਹੁਤ ਸਾਰੇ ਜਿਹੜੇ ਸਟੂਡੈਂਟ ਹੁੰਦੇ ਆ, ਅਸੀਂ ਪੜ੍ਹ ਲੈਂਦੇ ਹਾਂ, ਜਦੋਂ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਵਿਆਕਰਨ ਕੀ ਹੁੰਦੀ ਆ, ਤਾਂ ਉਹਨਾਂ ਦਾ ਅਕਸਰ ਹੀ ਆਨਸਰ ਹੁੰਦਾ ਗਾ ਕਿ ਜਿਹੜੀ ਹੁੰਦੀ ਵਿਆਕਰਨ ਹੁੰਦੀ ਆ ਉਹ ਕੀ ਹੁੰਦੀ ਆ, ਗ੍ਰਾਮਰ ਹੁੰਦੀ ਹੈ ਵੀ। ਉਹ ਟਰਾਂਸਲੇਟ ਕਰਕੇ ਸਾਨੂੰ ਦੱਸ ਦੇਣਗੇ ਵੀ ਵਿਆਕਰਨ ਕੀ ਹੁੰਦੀ ਆ, ਤਾਂ ਫਿਰ ਅਸੀਂ ਪੁੱਛਦੇ ਹਾਂ ਵੀ ਵਿਆਕਰਨ ਕੀ ਹੈ, ਗ੍ਰਾਮਰ, ਅਤੇ ਗ੍ਰਾਮਰ ਕੀ ਹੁੰਦੀ ਆ, ਕਹਿਣਗੇ ਵਿਆਕਰਨ ਹੁੰਦੀ। ਬਸ ਇੱਥੋਂ ਤੱਕ ਦਾ ਜਿਹੜਾ ਸਾਡਾ ਲੈਵਲ ਆ ਜਿਹੜਾ ਉਹ ਸੈੱਟ ਹੋਇਆ ਹੁੰਦਾ ਕਿ ਵਿਆਕਰਨ ਨੂੰ ਅਸੀਂ ਗ੍ਰਾਮਰ ਕਹਿ ਦਿੰਦੇ ਹਾਂ ਅਤੇ ਗ੍ਰਾਮਰ ਨੂੰ ਅਸੀਂ ਵਿਆਕਰਨ ਕਹਿ ਦਿੰਦੇ ਹਾਂ। ਪਰ ਅਸਲ ਵਿੱਚ ਵਿਆਕਰਨ ਹੈ ਕੀ ਚੀਜ਼ ਆ, ਅਸੀਂ ਇਹਨੂੰ ਪੜ੍ਹਦੇ ਕਿਉਂ ਆ, ਠੀਕ ਹੈ, ਇਹਦਾ ਮਕਸਦ ਕੀ ਆ ਸਾਡਾ ਜਿਹੜਾ ਪੜ੍ਹਨ ਦਾ, ਤਾਂ ਉਹ ਸਾਰਾ ਕੁਛ ਆਪਾਂ ਇਹਦੇ ਵਿੱਚ ਤੁਹਾਨੂੰ ਇਹਦੇ ਬਾਰੇ ਦੱਸਾਂਗੇ। ਦੇਖੋ ਅਸੀਂ ਗੱਲ ਕਰ ਰਹੇ ਹਾਂ ਜਦੋਂ ਵਿਆਕਰਨ ਦੀ, ਠੀਕ ਆ, ਅਸਲ ਵਿੱਚ ਵਿਆਕਰਨ ਕੀ ਆ, ਸਾਨੂੰ ਭਾਸ਼ਾ ਨੂੰ ਜਿਹੜੇ ਸਿਖਾਉਣ ਦੇ ਕੀ ਆ, ਨਿਯਮ ਹੈਗੇ ਵੀ। ਇਹ ਵਿਆਕਰਨ ਕੀ ਆ, ਇਹ ਭਾਸ਼ਾ ਨੂੰ ਸਿਖਾਉਣ ਦੇ ਨਿਯਮ ਹੈਗੇ ਆ। ਨਿਯਮ ਅਸੀਂ ਦੇਖੋ ਹੁਣ ਵਿਆਕਰਨ ਦੇ ਵਿੱਚ ਆਪਾਂ ਜਦੋਂ ਸ਼ੁਰੂਆਤ ਦੇਖੋ, ਅਸੀਂ ਜਦੋਂ ਆਂਗਣਵਾੜੀ ਸਕੂਲਾਂ ਦੇ ਵਿੱਚ ਜਾਂ ਅਸੀਂ ਨਰਸਰੀ ਪ੍ਰੀ ਪ੍ਰਾਇਮਰੀ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ, ਸਾਨੂੰ ਉੱਥੇ ਇਸ ਤਰ੍ਹਾਂ ਹੀ ਸਿਖਾਇਆ ਜਾਂਦਾ, ਬੈਠਣਾ ਉੱਠਣਾ ਸਿਖਾਇਆ ਜਾਂਦਾ। ਫਿਰ ਉਸ ਤੋਂ ਬਾਅਦ ਸਾਨੂੰ ਹੌਲੀ ਹੌਲੀ ਕੀ ਕਰਦੇ ਆ, ਸਾਨੂੰ ਕਲਮ ਫੜਾ ਦਿੱਤੀ ਜਾਂਦੀ ਹੈ, ਸਾਨੂੰ ਊੜਾ ਆੜਾ ਜਿਹੜਾ ਹੈਗਾ ਉਹ ਲਿਖਣਾ ਜਿਹੜਾ ਸ਼ੁਰੂ ਕਰਾ ਦਿੱਤਾ ਜਾਂਦਾ ਗਾ। ਠੀਕ ਆ, ਹੁਣ ਇਹ ਸਾਰਾ ਕੀ ਆ ਸਾਡੇ ਕੋਲ, ਇਹ ਸਾਡੇ ਕੋਲ ਨਿਯਮ ਕਿੱਥੋਂ ਆਉਂਦੇ ਆ, ਇਹ ਵਿਆਕਰਨ ਦੇ ਵਿੱਚੋਂ ਹੀ ਆਉਂਦੇ ਗੇ। ਠੀਕ ਆ, ਤਾਂ ਇਹਦੇ 'ਚੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਵਿਆਕਰਨ ਕੀ ਹੈਗੀ ਆ, ਇਹ ਕਿਸ ਤਰ੍ਹਾਂ ਇਹਦੇ ਜਿਹੜੇ ਨਿਯਮ ਹੁੰਦੇ ਆ ਜੋ ਸਾਨੂੰ ਭਾਸ਼ਾ ਨੂੰ ਸਿੱਖਣ ਦੇ ਵਿੱਚ ਸਾਡੀ ਮਦਦ ਕਰਦੇ ਗੇ ਆ। ਦੇਖੋ ਜਿਵੇਂ ਦਿੱਤਾ ਵੀ ਹਰੇਕ ਭਾਸ਼ਾ ਦੀ ਆਪਣੀ ਇੱਕ ਵੱਖਰੀ ਸ਼ਬਦਾਵਲੀ ਹੁੰਦੀ ਹੈ। ਕੋਈ ਵੀ ਭਾਸ਼ਾ ਰੱਖ ਲਓ, ਅੰਗਰੇਜ਼ੀ ਆ, ਹਿੰਦੀ, ਪੰਜਾਬੀ, ਸੰਸਕ੍ਰਿਤ ਹੈ, ਹਰ ਇੱਕ ਭਾਸ਼ਾ ਦੀ ਆਪਣੀ ਜਿਹੜੀ ਇੱਕ ਵਿਸ਼ੇਸ਼ ਸ਼ਬਦਾਵਲੀ ਆ, ਅਤੇ ਕਿਸੇ ਵੀ ਭਾਸ਼ਾ ਦੇ ਜਿਹੜੇ ਨਿਯਮ ਹੁੰਦੇ ਹੈਗੇ ਅਸੀਂ ਇੱਕ ਦੂਜੀ ਭਾਸ਼ਾ 'ਤੇ ਜਿਉਂ ਦੀ ਤਿਉਂ ਅਸੀਂ ਉਹ ਲਾਗੂ ਜਿਹੜੇ ਨਹੀਂ ਕਰਦੇ, ਉਹ ਸਾਰੇ ਕੀ ਹੁੰਦੇ ਆ, ਵੱਖਰੇ ਵੱਖਰੇ ਹੁੰਦੇ ਹਨ। ਭਾਸ਼ਾ ਸੰਬੰਧੀ ਜਿਹੜੇ ਵਿਆਕਰਨ ਦੇ ਨਿਯਮ ਅਸੀਂ ਉਹ ਕੋਈ ਬਾਹਰੋਂ ਨਹੀਂ ਲੈ ਕੇ ਆਉਂਦੇ ਗੇ। ਠੀਕ ਆ, ਇਹ ਕੀ ਹੁੰਦੇ ਆ, ਉਸਦੇ ਵਿੱਚੋਂ ਹੀ ਪਛਾਣੇ ਜਾਂਦੇ ਆ, ਭਾਸ਼ਾ ਦੇ ਵਿੱਚੋਂ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵਿਆਕਰਨ ਦੇ, ਅੱਗੇ ਸਾਨੂੰ ਪੁੱਛ ਲਿਆ ਜਾਂਦਾ ਵੀ ਇਹਦੇ ਭਾਗ ਕਿੰਨੇ ਆ। ਅਸੀਂ ਵਿਆਕਰਨ ਤਾਂ ਪੜ੍ਹ ਲਈ ਆ, ਦੇਖ ਲਿਆ ਕੀ ਹੈ ਵੀ ਅਸੀਂ ਦੇਖ ਲਿਆ ਵੀ ਇਹ ਨਿਯਮ ਹੈਗੇ ਆ। ਠੀਕ ਆ, ਨਿਯਮਾਂ ਦੇ ਵਿੱਚ ਜਿਹੜੀ ਬੱਝੀ ਭਾਸ਼ਾ ਜਾਂ ਸ਼ਬਦਾਵਲੀ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਿਆਕਰਨ ਕਹਿ ਦਿੰਦੇ ਹਾਂ। ਵੀ ਨਿਯਮਾਂ ਵਿੱਚ ਬੱਝੀ ਹੋਈ ਭਾਸ਼ਾ ਨੂੰ ਜਾਂ ਸ਼ਬਦਾਵਲੀ ਨੂੰ ਵਿਆਕਰਨ ਕਿਹਾ ਜਾਂਦਾ ਹੈ। ਅਤੇ ਵਿਆਕਰਨ ਦੇ ਭਾਗ ਕਿੰਨੇ ਹੈਗੇ ਵੀ, ਵਿਆਕਰਨ ਦੇ ਜਾਂ ਅੰਗ ਕਿੰਨੇ ਆ। ਸਾਨੂੰ ਦੇਖੋ ਕਈ ਵਾਰ ਪੁੱਛਿਆ ਜਾਂਦਾ ਇਹਦੇ ਭਾਗ ਅਤੇ ਕਈ ਵਾਰ ਅੰਗ ਪੁੱਛ ਲੈਂਦੇ ਵੀ। ਉਦੋਂ ਹੁਣ ਜਿਨ੍ਹਾਂ ਨੇ ਭਾਗ ਕਰਕੇ ਭਾਗ 'ਤੇ ਰੱਟਾ ਲਾਇਆ ਹੁੰਦਾ, ਅਤੇ ਜਦੋਂ ਅੰਗ ਪੁੱਛ ਲੈਂਦੇ ਆ ਫਿਰ ਉੱਥੇ ਕਨਫਿਊਜ਼ ਹੋ ਜਾਂਦੇ ਆ ਵੀ ਅਸੀਂ ਤਾਂ ਭਾਗ ਕੀਤੇ ਸੀ, ਅੰਗ ਕਿੱਥੋਂ ਆ ਗਿਆ। ਠੀਕ ਆ, ਤਾਂ ਭਾਗ ਨੂੰ ਹੀ ਅੰਗ ਕਹਿ ਦਿੰਦੇ ਆ। ਵਿਆਕਰਨ ਦੇ ਸਾਡੇ ਕੋਲ ਕਿੰਨੇ ਚਾਰ ਜਿਹੜੇ ਅੰਗ ਹੈਗੇ ਆ ਜਾਂ ਚਾਰ ਇਹਦੇ ਭਾਗ ਆ। ਸਭ ਤੋਂ ਪਹਿਲਾਂ ਕਿਹੜਾ ਹੈਗਾ, ਧੁਨੀ ਬੋਧ, ਅੱਖਰ ਬੋਧ ਜਾਂ ਵਰਨ ਬੋਧ। ਠੀਕ ਹੈ, ਤਿੰਨਾਂ ਦਾ ਇੱਕ ਹੀ ਨਾਮ ਆ, ਧੁਨੀ ਬੋਧ ਵੀ ਕਹਿੰਦੇ ਆ, ਅੱਖਰ ਬੋਧ ਵੀ ਕਹਿ ਦਿੰਦੇ ਆ, ਅਤੇ ਵਰਨ ਬੋਧ ਵੀ। ਦੂਸਰਾ ਕੀ ਹੈਗਾ, ਸ਼ਬਦ ਬੋਧ। ਤੀਸਰਾ ਅਰਥ ਬੋਧ। ਨੰਬਰ 4 ਵਾਕ ਬੋਧ। ਦੇਖੋ ਜਦੋਂ ਅਸੀਂ ਧੁਨੀਆਂ ਦੀ ਗੱਲ ਕਰਦੇ ਹਾਂ, ਹੁਣ ਇਹਦੇ ਵਿੱਚ ਬੋਧ ਸ਼ਬਦ ਦਾ ਜ਼ਿਕਰ ਆਉਂਦਾ ਗਾ।
ਬੋਧ ਕੀ ਹੁੰਦਾ ਵੀ ਬੋਧ ਦਾ ਅਰਥ ਹੁੰਦਾ ਗਿਆਨ, ਅਤੇ ਧੁਨੀ ਦਾ ਕੀ ਅਰਥ ਹੈਗਾ ਆਵਾਜ਼ ਹੈਗਾ। ਠੀਕ ਆ, ਧੁਨੀ ਸਾਊਂਡ ਕੋਈ ਵੀ ਜਿਹੜੀ ਆਵਾਜ਼ ਹੈਗੀ ਆ, ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਬੋਲਣ ਦੇ ਸਮੇਂ ਸਾਡੇ ਜਿਹੜੇ ਗਲ ਦੇ ਵਿੱਚੋਂ ਜਿੰਨੀਆਂ ਵੀ ਆਵਾਜ਼ਾਂ ਬਾਹਰ ਨਿਕਲਦੀਆਂ ਉਹ ਸਾਰੀਆਂ ਕੀ ਧੁਨੀਆਂ ਹੁੰਦੀਆਂ। ਉਹ ਕੀ ਆ ਧੁਨੀਆਂ ਹੈਗੀਆਂ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਆ, ਫਿਰ ਇਹ ਭਾਸ਼ਾ ਦੀ ਅਰਥ ਰਹਿਤ ਇਕਾਈ ਆ। ਦੇਖੋ ਹੁਣ ਸਾਡੇ ਕੋਲ ਅੱਖਰ ਦਿੱਤੇ ਹੋਏ ਆ, ਵਰਨ ਦਿੱਤੇ ਹੋਏ ਆ ਸਾਡੇ ਕੋਲ। ਠੀਕ ਆ, 3 ਸਾਡੇ ਕੋਲ ਆ ਧੁਨੀਆਂ ਦਿੱਤੀਆਂ ਹੋਈਆਂ, ਕੱਕਾ, ਖੱਖਾ ਅਤੇ ਗੱਗਾ। ਹੁਣ ਇਹਨਾਂ ਦਾ ਦੇਖੋ ਕੋਈ ਵੀ ਜਿਹੜਾ ਆਪਸ ਦੇ ਵਿੱਚ ਅਰਥ ਇਹਨਾਂ ਦਾ ਨਹੀਂ ਹੈਗਾ। ਅਰਥ ਇਹਨਾਂ ਦਾ ਕਦੋਂ ਬਣੂਗਾ, ਜਦੋਂ ਅਸੀਂ ਇਹਨਾਂ ਦਾ ਮੇਲ ਕਰਾਂਗੇ। ਜਦੋਂ ਅਸੀਂ ਮੇਲ ਕਰਾਂਗੇ ਅਤੇ ਫਿਰ ਪ੍ਰੋਪਰ ਇੱਕ ਸ਼ਬਦ ਬਣੇਗਾ, ਅਤੇ ਉਸ ਸ਼ਬਦ ਤੋਂ ਬਾਅਦ ਹੀ ਇਸਦਾ ਕੋਈ ਨਾ ਕੋਈ ਅੱਗੇ ਅਰਥ ਨਿਕਲੇਗਾ। ਪਰਿਭਾਸ਼ਾ ਦੀ ਹੈਗੀ ਆ, ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ, ਵਿਆਕਰਨ ਵਿੱਚ ਉਹਨਾਂ ਨੂੰ ਕੀ ਕਿਹਾ ਜਾਂਦਾ, ਉਹਨਾਂ ਨੂੰ ਧੁਨੀਆਂ ਕਿਹਾ ਜਾਂਦਾ। ਦੇਖੋ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਧੁਨੀਆਂ ਦੇ ਵਿੱਚ ਦੇਖੋ ਪੰਜਾਬੀ ਵਰਨਮਾਲਾ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿੰਨੀਆਂ ਧੁਨੀਆਂ ਹੈਗੀਆਂ 35। ਜੇਕਰ ਆਪਾਂ ਕੁੱਲ ਦੀ ਗੱਲ ਕਰਾਂਗੇ ਪੰਜਾਬੀ ਵਰਨਮਾਲਾ ਵਿੱਚ, ਫਿਰ ਕਿੰਨੀਆਂ ਧੁਨੀਆਂ ਹੈਗੀਆਂ 41 ਧੁਨੀਆਂ ਹੈਗੀਆਂ। ਦੇਖੋ ਊੜੇ ਤੋਂ ਲੈ ਕੇ ੜਾੜੇ ਤੱਕ ਸਾਨੂੰ ਕਈ ਵਾਰੀ ਇਸ ਤਰ੍ਹਾਂ ਹੀ ਪ੍ਰਸ਼ਨ ਪੁੱਛ ਲਿਆਂਦਾ, ਤਾਂ ਫਿਰ ਸਾਡੇ ਕੋਲ ਕਿੰਨੀਆਂ ਬਣ ਗਈਆਂ 35। ਲੱਲੇ ਪੈਰ ਬਿੰਦੀ ਤੱਕ ਬਣ ਗਈਆਂ 41 ਧੁਨੀਆਂ। ਅੱਜ ਦੀ ਕਲਾਸ ਦਾ ਜਿਹੜਾ ਆਪਣਾ ਲੈਕਚਰ ਹੈਗਾ ਇੱਕ ਬੇਸਿਕ ਲੈਕਚਰ ਹੈਗਾ, ਔਰ ਇਸ ਤੋਂ ਬਾਅਦ ਆਪਾਂ ਅੱਗੇ ਜਿਹੜਾ ਇੱਕ ਇੱਕ ਕਰਕੇ ਸਾਰਾ ਇਹਨਾਂ ਦੇ ਵਿੱਚੋਂ ਪੜ੍ਹਦੇ ਜਾਵਾਂਗੇ। ਦੇਖੋ ਆਪਾਂ ਗੱਲ ਕੀਤੀ ਧੁਨੀਆਂ ਦੀ, ਧੁਨੀ ਬਾਰੇ ਆਪਾਂ ਦੇਖ ਲਿਆ ਵੀ ਧੁਨੀ ਦਾ ਕੀ ਅਰਥ ਹੈਗਾ, ਆਵਾਜ਼ ਹੈਗਾ। ਠੀਕ ਆ, ਅਸੀਂ ਜਦੋਂ ਵੀ ਕੁਛ ਬੋਲਦੇ ਹਾਂ ਮੂੰਹ ਦੇ ਵਿੱਚੋਂ ਜਿਹੜੀ ਵੀ ਸਾਊਂਡ ਬਾਹਰ ਨਿਕਲਦੀ ਆ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਧੁਨੀ ਕਹਿ ਦਿੰਦੇ ਹਾਂ। ਅਤੇ ਧੁਨੀ ਦਾ ਕੋਈ ਵੀ ਜਿਹੜਾ ਅਰਥ ਹੈਗਾ ਉਹ ਨਹੀਂ ਹੁੰਦਾ। ਅਸੀਂ ਊੜੇ ਤੋਂ ਲੈ ਕੇ ਚਾਹੇ ੜਾੜੇ ਤੱਕ, ਚਾਹੇ ਲੱਲੇ ਪੈਰ ਬਿੰਦੀ ਤੱਕ ਕੋਈ ਵੀ ਅਸੀਂ ਅੱਖਰ ਚੱਕੀਏ, ਉਸ ਨੂੰ ਅਸੀਂ ਜਦੋਂ ਵੇਖਾਂਗੇ ਪੜ੍ਹਾਂਗੇ ਤਾਂ ਸਾਡੇ ਕੋਲ ਇਹ ਸਿਰਫ ਕੀ ਇੱਕ ਚਿੰਨ੍ਹ ਦਿੱਤੇ ਹੋਏ ਆ, ਪਰ ਅਸਲ ਦੇ ਵਿੱਚ ਇਹਦਾ ਸਾਡੇ ਕੋਲ ਕੋਈ ਵੀ ਅਰਥ ਨਹੀਂ ਹੈਗਾ। ਇਸ ਕਰਕੇ ਧੁਨੀਆਂ ਜਿਹੜੀ ਇਸ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਅਰਥ ਰਹਿਤ ਜਿਹੜੀ ਇਕਾਈ ਹੈਗੀ ਆ ਉਹ ਕਿਹਾ ਜਾਂਦਾ ਗਾ। ਸ਼ਬਦ ਬੋਧ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਅਸੀਂ ਸ਼ਬਦਾਂ ਦੇ ਬਾਰੇ ਵਿੱਚ ਪੜ੍ਹਦੇ ਹਾਂ ਵੀ ਸ਼ਬਦ ਕਿਸ ਤਰ੍ਹਾਂ ਦੇ ਜਿਹੜੇ ਬਣਦੇ ਹੈਗੇ ਆ। ਠੀਕ ਹੈ, ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ, ਉਹ ਸਾਰਾ ਕੁਛ ਅਸੀਂ ਇਹਦੇ ਸ਼ਬਦ ਬੋਧ ਦੇ ਵਿੱਚ ਪੜ੍ਹਾਂਗੇ। ਸ਼ਬਦ ਆ ਜਿਹੜੇ ਇਹ ਧੁਨੀਆਂ ਦੇ ਜਾਂ ਵਰਨਾਂ ਦੇ ਮੇਲ ਤੋਂ ਬਣਦਾ ਗਾ। ਜਿਵੇਂ ਕੱਕਾ, ਲੱਲਾ ਅਤੇ ਮੰਮਾ, ਇਹ ਸਾਡੇ ਕੋਲ 3 ਜਿਹੜੇ ਵਰਨ ਦਿੱਤੇ ਆ, ਪਰ ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਮਿਲਾਵਾਂਗੇ ਤਾਂ ਉਦੋਂ ਸਾਡੇ ਕੋਲ ਇਹਦਾ ਸ਼ਬਦ ਕੀ ਬਣ ਜੂਗਾ, ਕਲਮ ਬਣ ਜੂਗਾ। ਸ਼ਬਦ ਆ ਜਿਹੜਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇੱਕ ਸੁਤੰਤਰ ਇਕਾਈ ਹੈਗੀ ਆ, ਸਾਰਥਕ ਅਤੇ ਸੁਤੰਤਰ ਇਕਾਈ ਆ। ਧੁਨੀ ਦਾ ਲਿਖਤੀ ਚਿੰਨ੍ਹ ਕੀ ਹੁੰਦਾ ਵੀ, ਧੁਨੀ ਦਾ ਲਿਖਤੀ ਚਿੰਨ੍ਹ ਜਿਹੜਾ ਹੈਗਾ ਉਹ ਅੱਖਰ ਹੈਗਾ। ਲਗਾਂ ਅਤੇ ਅੱਖਰਾਂ ਦੇ ਮੇਲ ਤੋਂ ਜਿਹੜੇ ਸ਼ੁੱਧ ਸ਼ਬਦ ਬਣਦੇ ਹੈਗੇ ਆ। ਜਿਵੇਂ ਰਾਰੇ ਨੂੰ ਕੰਨਾ ਮੰਮਾ ਰਾਮ, ਇਹਦੇ ਵਿੱਚ ਅਸਲ ਵਿੱਚ ਇਹਦਾ ਕੀ ਹੈਗਾ ਲਗਾਂ। ਦੇਖੋ ਲਗ ਸਾਡੇ ਕੋਲ ਇਹ ਅੱਖਰ ਹੈਗਾ, ਇਹ ਨਾਲ ਲਗ ਲੱਗੀ ਹੋਈ ਆ, ਤਾਂ ਲਗਾਂ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਜਿਹੜੇ ਸ਼ਬਦ ਹੈਗੇ ਉਹ ਬਣਦੇ ਹੈਗੇ ਆ। ਅਰਥ ਬੋਧ, ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਜਿਹੜੀ ਇਹ ਵਿਆਖਿਆ ਕਰਦੇ ਹੈਗੇ ਆ। ਇਹਦੇ ਵਿੱਚ ਸਾਡੇ ਕੋਲ ਕੀ ਆ ਜਾਂਦਾ, ਬਹੁ ਅਰਥਕ ਸ਼ਬਦ, ਸਮਾਨ ਅਰਥਕ ਸ਼ਬਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹਦੇ ਵਿੱਚ ਆ ਜਾਂਦੇ ਹੈਗੇ ਆ। ਵਾਕ ਬੋਧ ਦੀ ਗੱਲ ਕਰੀ ਤਾਂ ਜਿਨ੍ਹਾਂ ਤੋਂ ਸਾਨੂੰ ਵਾਕਾਂ ਦਾ ਪਤਾ ਲੱਗਦਾ, ਉਹਦੇ ਵਿੱਚ ਵਾਕ ਰਚਨਾ ਦੇ ਜਿਹੜੇ ਨਿਯਮ ਦਿੱਤੇ ਹੁੰਦੇ ਆ, ਇਹਨਾਂ ਦੀ ਚਰਚਾ ਜਿਹੜੀ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਧੰਨਵਾਦ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ। ਨਾਲ ਦੀ ਨਾਲ ਲਾਈਕ, ਸ਼ੇਅਰ ਅਤੇ ਬੈਲ ਆਈਕਨ ਦਾ ਜਿਹੜਾ ਬਟਨ ਹੈਗਾ ਉਹ ਵੀ ਜ਼ਰੂਰ ਪ੍ਰੈਸ ਕਰੋ, ਤਾਂ ਕਿ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਮਿਲਦੇ ਹਾਂ ਨੈਕਸਟ ਕਲਾਸ ਵਿੱਚ। ਧੰਨਵਾਦ।